बिस्मिल्लाहिर्रहमानिर्रहीम अस्सलामुअलैकुम वरहमतुल्लाहि वबरकातुहू जी नाजरीन, अज के विलाग दे विच मैं तुहाडे नाल एक लड़की दी शादी जिहड़ी आ ओह 28 नवंबर नूं हुंदी आ ते 11 जनवरी नूं अपने वालदैन नूं मिलने वास्ते अपने शौहर नूं नाल लैके आंदी आ ते उहदा शौहर जिहड़ा उहनूं छड्ड के ते वापस चल जांदा। उहदे शौहर नूं छुट्टी नहीं मिलदी हैगी। ਉਹ ਜਿਹੜਾ ਸ਼ੌਹਰ ਆ ਵਾਪਸ ਜਿਸ ਵੇਲੇ ਜਾਂਦਾ ਤੇ 19 ਤਰੀਕ ਨੂੰ ਇਹਦੀ बीवी ਜਿਹੜੀ ਆ 11 ਜਨਵਰੀ ਨੂੰ ਮਿਲਣ ਆਈ ਸੀ। ਫੋਨ ਕਰਦੀ ਆ ਕਿ ਮੈਨੂੰ ਡਰ ਆ, ਖੌਫ ਆ ਕਿ ਮੇਰੇ ਘਰ ਦੇ ਮੈਨੂੰ ਮਾਰ ਦੇਣਗੇ, ਫੌਰੀ ਆ ਕੇ ਤੇ ਮੈਨੂੰ ਲੈ ਜਾ। ਇਹ ਜਿਹੜਾ ਬੰਦਾ ਆ ਇਹਦਾ ਨਾਮ ਹੁੰਦਾ ਆਮਰ ਸਹੇਲ। ਇਹ ਫੌਰੀ ਉੱਥੋਂ ਨਿਕਲਦਾ ਡਿਊਟੀ ਤੋਂ ਤੇ ਆ ਕੇ ਜਿਸ ਵੇਲੇ ਵੇਖਦਾ ਆ ਕੇ ਕਹਿੰਦਾ ਕਿੱਥੇ ਆ ਜ਼ੋਹਾ। ਉਸ ਲੜਕੀ ਦਾ ਨਾਮ ਹੁੰਦਾ ਜ਼ੋਹਾ। ਜ਼ੋਹਾ ਜਿਹੜੀ ਆ ਉਹਦੇ ਘਰ ਦੇ ਕਹਿੰਦੇ ਨੇ ਅੰਦਰ ਬਿਸਤਰੇ 'ਚ ਪਈ ਹੋਣੀ ਆ। ਜਿਸ ਵੇਲੇ ਜਾਂਦਾ ਦੇਖਦਾ ਉਹ ਬਿਲਕੁਲ ਠੰਡੀ ਹੋਈ ਹੁੰਦੀ ਆ ਤੇ ਉਹਨੂੰ ਫੌਰੀ ਚੁੱਕਦਾ, ਹਸਪਤਾਲ ਲੈ ਜਾਂਦਾ। ਜਿਸ ਵੇਲੇ ਡਾਕਟਰਾਂ ਕੋਲ ਲੈ ਕੇ ਜਾਂਦਾ, ਡਾਕਟਰ ਕਹਿੰਦੇ ਨੇ ਇਹ ਵਫਾਤ ਪਾ ਚੁੱਕੀ ਹੈ, ਇਸ ਦੁਨੀਆ ਤੋਂ ਜਾ ਚੁੱਕੀ ਆ। ਔਰ ਉਹ ਬੰਦਾ ਜਿਹੜਾ ਫਿਰ 15 ਤੇ ਪੁਲਿਸ ਨੂੰ ਕਾਲ ਕਰ ਦਿੰਦਾ ਔਰ ਪੁਲਿਸ ਜਿਹੜੀ ਆ ਕੇ ਫਿਰ ਤਹਿਕੀਕਾਤ ਦਾ ਆਗਾਜ਼ ਕਰ ਦਿੰਦੀ ਆ। ਉਸ ਲੜਕੀ ਦੇ ਨਾਲ ਕਿਹੜਾ ਐਸਾ ਵਾਕਿਆ ਪੇਸ਼ ਆਇਆ ਕਿ ਉਹਨੂੰ ਪਹਿਲਾਂ ਪਤਾ ਲੱਗ ਗਿਆ ਕਿ ਮੇਰੇ ਘਰ ਦੇ ਵੀ ਇੰਨਾ ਕੁਛ ਕਰ ਦੇਣਗੇ। ਉਹ ਆਪਣੇ ਸ਼ੌਹਰ ਨੂੰ ਕਾਲ ਕਰਕੇ ਦੱਸਦੀ ਆ। ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਵਾਕਿਆ ਜਿਹੜਾ ਸਰਗੋਦੇ ਦਾ ਆ, ਸਰਗੋਦੇ ਦੇ ਵਿੱਚ ਨਿਆਜ਼ ਕਲੋਨੀ ਆ, ਉੱਥੇ ਇੱਕ ਫੈਮਿਲੀ ਰਹਿੰਦੀ ਆ। ਉਸ ਫੈਮਿਲੀ ਦੇ ਸਰਬਰਾਹ ਦਾ ਨਾਮ ਕੌਸਰ। ਕੌਸਰ ਨੂੰ ਅੱਲਾਹ ਤਾਲਾ ਨੇ 3 ਬੱਚੇ ਦਿੱਤੇ, ਜਿਹਦੇ ਵਿੱਚ ਇੱਕ ਬੇਟੀ ਜਿਹਦਾ ਨਾਮ ਜ਼ੋਹਾ, 2 ਬੇਟੇ ਜਿਹਦਾ ਨਾਮ ਇਮਰਾਨ ਤੇ ਅਰਸਲਾਨ। ਹੁਣ ਜ਼ੋਹਾ ਜਿਸ ਵੇਲੇ ਜਵਾਨ ਹੁੰਦੀ ਆ ਤੇ ਇਹਨਾਂ ਨੇ ਕਿਹਾ ਕਿ ਇਹਦੀ ਜਿਹੜੀ ਸ਼ਾਦੀ ਆ ਕਿਤੇ ਕਰ ਦਈਏ। ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ। ਇਹਨਾਂ ਦੇ ਰਿਸ਼ਤੇਦਾਰ ਵਿਹਾੜੀ ਦੇ ਵਿੱਚ ਰਹਿੰਦੇ ਸੀ ਤੇ ਉਹ ਰਿਸ਼ਤੇਦਾਰ ਕਹਿੰਦੇ ਨੇ ਕਿ ਸਾਡੇ ਨਜ਼ਰ ਦੇ ਵਿੱਚ ਇੱਕ ਲੜਕਾ ਆ, ਬਹੁਤ ਅੱਛਾ ਲੜਕਾ ਆ, ਜਿਹੜਾ ਰਾਵਲਪਿੰਡੀ ਦੇ ਵਿੱਚ ਕੰਮ ਕਰਦਾ ਆ ਔਰ ਅਸਿਸਟੈਂਟ ਫਾਈਨਾਂਸ ਮੈਨੇਜਰ ਆ ਤੇ ਠੀਕ ਠਾਕ ਕਮਾਉਂਦਾ ਮੁੰਡਾ। ਇਹਨਾਂ ਨੇ ਕਿਹਾ ਕਿ ਚਲੋ ਰਿਸ਼ਤਾ ਦਿਖਾ ਦਿਓ ਸਾਨੂੰ। ਹੁਣ ਇਹਨਾਂ ਦੇ ਰਿਸ਼ਤੇਦਾਰਾਂ ਨੇ ਇਹਨਾਂ ਦੋਨਾਂ ਘਰਾਂ ਨੂੰ ਆਪਸ ਵਿੱਚ ਹੀ ਮਿਲਾ ਦਿੱਤਾ। ਹੁਣ ਉਸ ਫੈਮਿਲੀ ਦਾ ਜਿਹੜਾ ਸਰਬਰਾਹ ਸੀ ਉਹਦਾ ਨਾਮ ਸੀ ਅਬਦੁਲ ਸ਼ਕੂਰ ਔਰ ਜਿਸ ਲੜਕੇ ਨੂੰ ਪਸੰਦ ਕੀਤਾ ਉਹਦਾ ਨਾਮ ਸੀ ਆਮਰ ਸਹੇਲ। ਹੁਣ ਆਮਰ ਸਹੇਲ ਰਾਵਲਪਿੰਡੀ ਅਸਿਸਟੈਂਟ ਫਾਈਨਾਂਸ ਮੈਨੇਜਰ ਦੀ ਨੌਕਰੀ ਕਰਦਾ ਆ। ਇਹਨਾਂ ਦਾ ਜਿਸ ਵੇਲੇ ਰਿਸ਼ਤਾ ਤੈਅ ਹੋ ਜਾਂਦਾ, ਇਹਨਾਂ ਦੀ ਸ਼ਾਦੀ ਜਿਹੜੀ 28 ਨਵੰਬਰ 2025 ਦੇ ਵਿੱਚ ਹੋ ਜਾਂਦੀ ਆ। ਉਸ ਤੋਂ ਬਾਅਦ ਇਹ ਜਿਹੜੀ ਲੜਕੀ ਜ਼ੋਹਾ ਇਹ ਆਪਣੇ ਸਸੁਰਾਲ ਚਲੇ ਜਾਂਦੀ ਆ। ਜਦੋਂ ਸ਼ਾਦੀ ਹੋਈ ਉਦੋਂ ਇਹਨਾਂ ਨੇ ਤੈਅ ਕੀਤਾ ਕਿ ਲੜਕੀ ਜਿਹੜੀ ਹੈ ਇਸਲਾਮਾਬਾਦ ਆਪਣੇ ਸ਼ੌਹਰ ਦੇ ਕੋਲ ਹੀ ਰਹੇਗੀ। ਘਰ ਦੇ ਕਹਿਣ ਲੱਗੇ ਕਿ ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਠੀਕ ਆ, ਆਪਣੇ ਸ਼ੌਹਰ ਦੇ ਕੋਲ ਰਵੇ। ਇਹਦਾ ਸ਼ੌਹਰ ਉਹਨੂੰ ਇਸਲਾਮਾਬਾਦ ਲੈ ਜਾਂਦਾ। ਉਸ ਤੋਂ ਬਾਅਦ ਜਿਸ ਵੇਲੇ 1 ਮਹੀਨਾ 18 ਦਿਨ ਹੋਏ ਤੇ ਲੜਕੀ ਕਹਿੰਦੀ ਆ ਕਿ ਮੈਨੂੰ ਨਾ ਹੁਣ 1.5 ਮਹੀਨਾ ਹੋ ਗਿਆ ਆਈ ਹੋਈ ਨੂੰ ਆਮਰ, ਮੇਰਾ ਦਿਲ ਕਰਦਾ ਮੈਂ ਆਪਣੇ ਮਾਂ ਪਿਓ ਨੂੰ ਸਰਗੋਦਾ ਮਿਲਣ ਜਾਵਾਂ। ਹੁਣ ਆਮਰ ਕਹਿੰਦਾ ਠੀਕ ਆ, ਮੈਂ ਛੁੱਟੀ ਲੈਣ ਦੀ ਕੋਸ਼ਿਸ਼ ਕਰਦਾ, ਅਗਰ ਛੁੱਟੀ ਮਿਲ ਗਈ ਤੇ ਆਪਾਂ ਦੋਨੋਂ ਚੱਲਦੇ ਹਾਂ, ਮਿਲ ਕੇ ਤੇ ਵਾਪਸ ਆ ਜਾਵਾਂਗੇ। ਆਮਰ ਸਹੇਲ ਨੇ ਛੁੱਟੀ ਦਾ ਕਿਹਾ, ਇਹਦੇ ਅਫਸਰਾਂ ਨੇ ਛੁੱਟੀ ਨਾ ਦਿੱਤੀ। ਹੁਣ ਆਮਰ ਸਹੇਲ ਕਹਿੰਦਾ ਕਿ ਚਲੋ ਠੀਕ ਆ, ਮੈਂ ਤੈਨੂੰ ਛੱਡ ਕੇ ਤੇ ਵਾਪਸ ਆ ਜਾਵਾਂਗਾ ਤੇ ਫਿਰ ਆ ਕੇ ਤੇ ਤੈਨੂੰ ਲੈ ਜਾਵਾਂਗਾ। 11 ਜਨਵਰੀ ਨੂੰ ਆਮਰ ਸਹੇਲ ਜਿਹੜਾ ਜ਼ੋਹਾ ਨੂੰ ਲੈ ਕੇ ਉਹਦੇ ਵਾਲਦਾ ਦੇ ਘਰ ਸਰਗੋਦੇ ਨਿਆਜ਼ ਕਲੋਨੀ ਦੇ ਵਿੱਚ ਆ ਜਾਂਦਾ ਤੇ ਉਹਨੂੰ ਉੱਥੇ ਛੱਡ ਕੇ ਤੇ ਆਪ ਵਾਪਸ ਰਾਵਲਪਿੰਡੀ ਡਿਊਟੀ ਤੇ ਆ ਜਾਂਦਾ। ਉਸ ਤੋਂ ਬਾਅਦ 16 ਤਰੀਕ ਨੂੰ ਇਹ ਵਾਪਸ ਜਾਂਦਾ ਆਪਣੀ ਬੀਵੀ ਨੂੰ ਲੈਣ ਵਾਸਤੇ ਕਿ ਮੈਂ ਹੁਣ ਲੈ ਆਵਾਂ। ਚਲੋ 5-6 ਦਿਨ ਉਹਨੇ ਆਪਣੇ ਮਾਂ ਪਿਓ ਕੋਲ ਰਹਿ ਲਿਆ ਤੇ ਆਮਰ ਸਹੇਲ ਜਿਸ ਵੇਲੇ 16 ਤਰੀਕ ਨੂੰ ਜਾਂਦਾ ਤੇ ਉਹਦੇ ਘਰ ਦੇ ਜਿਹੜੇ ਕਹਿੰਦੇ ਨੇ ਮਜਬੂਰ ਕਰਦੇ ਨੇ ਕਿ ਤੂੰ ਨਾ 2 ਦਿਨ ਦੀ ਛੁੱਟੀ ਲੈ ਲਾ ਤੇ ਚਲੋ ਕੋਈ ਦਾਵਤਾਂ ਸ਼ਾਬਤਾਂ ਖਾ ਲਾ, ਤੂੰ ਵੀ ਇੱਥੇ ਰਹਿ ਲਾ। ਉਹਦੇ ਘਰ ਦੇ ਜਿਸ ਵੇਲੇ ਮਜਬੂਰ ਕਰਦੇ ਨੇ ਸਸੁਰਾਲ ਵਾਲੇ, ਇਹ 2 ਛੁੱਟੀਆਂ ਨਾ ਕਹਿ ਕੇ ਆਪਣੇ ਸੀਨੀਅਰ ਨੂੰ ਲੈ ਲੈਂਦਾ ਕਿ ਇੱਥੇ ਕੋਈ ਫੌਤਗੀ ਹੋ ਗਈ ਹੈ ਤੇ ਮੈਨੂੰ ਮਜਬੂਰੀ ਬਣ ਗਈ ਹੈ, ਮੈਂ ਆ ਨਹੀਂ ਸਕਦਾ। ਉਸ ਤੋਂ ਬਾਅਦ 18 ਤਰੀਕ ਨੂੰ ਹੁਣ ਇਹਨੇ ਉੱਥੋਂ ਨਿਕਲਣਾ ਸੀ ਤੇ ਜਿਸ ਵੇਲੇ ਨਿਕਲਣਾ ਇੱਕ ਫੌਤਗੀ ਹੋ ਜਾਂਦੀ ਹੈ। ਘਰ ਦੇ ਕਹਿੰਦੇ ਕਿ ਤੂੰ ਹੁਣ ਰਹਿ ਜਾ, ਚਲੋ ਫੌਤਗੀ ਤੋਂ ਹੋ ਕੇ ਤੇ ਫਿਰ ਵਾਪਸ ਚਲਾ ਜਾਈਂ। ਲੇਕਿਨ ਆਮਰ ਸਹੇਲ ਕਹਿਣ ਲੱਗਾ ਕਿ ਮੈਂ ਅੱਗੇ 2 ਛੁੱਟੀਆਂ ਲਈਆਂ ਲੇਕਿਨ ਅੱਜ ਮੇਰਾ ਜਾਣਾ ਬਹੁਤ ਜ਼ਰੂਰੀ ਆ, ਮੈਂ ਨਹੀਂ ਰਹਿ ਸਕਦਾ। ਤੁਸੀਂ ਇਸ ਤਰ੍ਹਾਂ ਕਰੋ ਕਿ ਇਹ ਜ਼ੋਹਾ ਜਿਹੜੀ ਆ ਮੇਰੀ ਤਰਫੋਂ ਉਧਰ ਜਾਏਗੀ, ਇਹਨੂੰ ਮੈਂ ਇੱਥੇ ਛੱਡ ਜਾਂਦਾ ਵਾਪਸੀ ਤੇ ਫਿਰ ਇਹਨੂੰ ਦੁਬਾਰਾ ਲੈ ਜਾਵਾਂਗਾ। ਹੁਣ ਆਮਰ ਸਹੇਲ ਰਾਵਲਪਿੰਡੀ ਚਲਾ ਜਾਂਦਾ 18 ਤਰੀਕ ਨੂੰ। ਉਸ ਤੋਂ ਬਾਅਦ 19 ਤਰੀਕ ਨੂੰ ਸ਼ਾਮ ਨੂੰ 7:30 ਵਜੇ ਜ਼ੋਹਾ ਆਪਣੇ ਸ਼ੌਹਰ ਨੂੰ ਫੋਨ ਕਰਦੀ ਆ ਕਿ ਮੈਨੂੰ ਡਰ ਆ, ਖੌਫ ਆ, ਖਦਸ਼ਾ ਆ
ਤੇ ਮੇਰਾ ਦਿਲ ਜਿਹੜਾ ਧੜਕ ਰਿਹਾ ਕਿ ਮੇਰੇ ਘਰ ਦੇ ਮੈਨੂੰ ਜਿਹੜੇ ਮਾਰ ਦੇਣਗੇ ਤੇ ਫੌਰੀ ਆ ਜਾ ਤੇ ਆ ਕੇ ਤੇ ਮੈਨੂੰ ਲੈ ਜਾ। ਉਸ ਤੋਂ ਬਾਅਦ ਇਹ ਜਿਹੜਾ ਅਮਰ ਸੁਹੇਲ ਆ ਜਦੋਂ ਰਾਵਲਪਿੰਡੀ ਤੋਂ ਨਿਕਲਣ ਲੱਗਦਾ ਸ਼ਾਮ ਨੂੰ 7:30 ਵਜੇ ਆਪਣੇ ਵਾਲਦੈਨ ਨੂੰ ਫੋਨ ਕਰ ਦਿੰਦਾ ਕਿ ਫੌਰੀ ਤੁਸੀਂ ਜਿਹੜਾ ਆ ਨਾ ਸਰਗੋਧੇ ਪਹੁੰਚੋ, ਜ਼ੋਹਾ ਦਾ ਫੋਨ ਆਇਆ ਕਿ ਉਹਦੀ ਜਾਨ ਨੂੰ ਖਤਰਾ ਆ, ਉਹ ਠੀਕ ਨਹੀਂ ਹੈਗੀ। ਉਸ ਤੋਂ ਬਾਅਦ ਅਮਰ ਸੁਹੇਲ ਉੱਥੋਂ ਗੱਡੀ ਖਿੱਚਦਾ 10 ਵਜੇ ਸਰਗੋਧੇ ਪਹੁੰਚ ਜਾਂਦਾ। ਜਿਸ ਵੇਲੇ ਪਹੁੰਚਦਾ ਘਰ ਆ ਕੇ ਫੌਰੀ ਘਰ ਜਿਸ ਵੇਲੇ ਵੜਦਾ ਕਿਸੇ ਨਾਲ ਨਾ ਦੁਆ ਨਾ ਸਲਾਮ, ਸਿੱਧਾ ਪੁੱਛਦਾ ਜ਼ੋਹਾ ਕਿੱਥੇ ਆ। ਘਰ ਦੇ ਕਹਿਣ ਲੱਗੇ ਕਿ ਕਿਸੇ ਨਾਲ ਸਲਾਮ ਦੁਆ ਤਾਂ ਲੈ ਲਾ। ਉਹ ਕਹਿੰਦਾ ਨਹੀਂ, ਮੈਨੂੰ ਜ਼ੋਹਾ ਦੇ ਬਾਰੇ ਦੱਸੋ। ਘਰ ਦੇ ਕਹਿਣ ਲੱਗੇ ਕਿ ਸਾਹਮਣੇ ਅੰਦਰ ਦੇ ਵਿੱਚ ਬਿਸਤਰੇ ਦੇ ਵਿੱਚ ਪਈ ਆ, ਰਜ਼ਾਈ ਲਈ ਹੋਈ ਆ, ਚੈੱਕ ਕਰ ਲਾ, ਜਾ ਕੇ ਉਹਨੂੰ ਮਿਲ ਲਾ। ਜਿਸ ਵੇਲੇ ਜਾਂਦਾ ਜਾ ਕੇ ਵੇਖਦਾ ਉਹ ਜਿਹੜੀ ਰਜ਼ਾਈ ਆ ਸਾਈਡ 'ਤੇ ਜਿਸ ਵੇਲੇ ਕਰਦਾ ਤੇ ਵੇਖਦਾ ਜ਼ੋਹਾ ਜਿਹੜੀ ਆ ਉਹਨੂੰ ਹੱਥ ਲਾ ਕੇ ਵੇਖਦਾ ਠੰਡੀ ਹੋਈ ਹੁੰਦੀ ਆ ਤੇ ਉਹਨੂੰ ਫੌਰੀ ਚੁੱਕਦਾ ਹਸਪਤਾਲ ਲੈ ਜਾਂਦਾ। ਉਸ ਤੋਂ ਬਾਅਦ ਉੱਥੇ ਜਾ ਕੇ ਡਾਕਟਰਾਂ ਨੂੰ ਚੈੱਕਅਪ ਕਰਾਉਂਦਾ। ਡਾਕਟਰ ਜਿਸ ਵੇਲੇ ਚੈੱਕਅਪ ਕਰਦੇ ਨੇ ਡਾਕਟਰ ਕਹਿੰਦੇ ਨੇ ਸੌਰੀ, ਇਹ ਅੱਲਾ ਨੂੰ ਪਿਆਰੀ ਹੋ ਚੁੱਕੀ ਹੁੰਦੀ ਆ। ਉਸ ਤੋਂ ਬਾਅਦ ਇਹ ਫਿਰ 15 'ਤੇ ਕਾਲ ਕਰਦਾ। ਪੁਲਿਸ ਜਿਹੜੀ ਆ ਥਾਣਾ ਮਿਆਣੀ ਸਰਗੋਧਾ ਦੀ ਮੌਕੇ 'ਤੇ ਪਹੁੰਚ ਜਾਂਦੀ ਆ। ਉਸ ਤੋਂ ਬਾਅਦ ਪੁਲਿਸ ਕਹਿੰਦੀ ਹੈ ਇਹਦਾ ਪੋਸਟਮਾਰਟਮ ਹੋਏਗਾ, ਪੋਸਟਮਾਰਟਮ ਰਿਪੋਰਟ ਕਰਵਾਉਣੀ ਆ। ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਹੁੰਦਾ, ਪਤਾ ਲੱਗਦਾ ਕਿ ਉਹਦੀ ਮੌਤ ਜਿਹੜੀ ਆ ਗਲਾ ਘੁੱਟਣੇ ਦੇ ਨਾਲ ਹੋਈ ਆ, ਕਿਸੇ ਨੇ ਉਹਦਾ ਗਲਾ ਦਬਾਇਆ ਔਰ ਮੌਤ ਵਾਕਿਆ ਹੋ ਗਈ। ਉਸ ਤੋਂ ਬਾਅਦ ਉਹਦੇ ਸ਼ੌਹਰ ਨੇ ਫਿਰ ਇੱਕ FIR 302 ਦੀ ਦਰਜ ਕਰਾਈ ਕੌਸਰ ਤੇ ਉਹਦੇ ਪਿਓ ਤੇ ਔਰ ਦੋਨਾਂ ਭਰਾਵਾਂ ਤੇ ਅਰਸਲਾਨ ਤੇ ਔਰ ਇਮਰਾਨ ਤੇ ਕਿ ਇਸ ਵਾक़ੇ ਦੇ ਵਿੱਚ ਅਸਲ ਫਿਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਜਦੋਂ ਸ਼ਾਦੀ ਕੀਤੀ ਇਹਨਾਂ ਨੇ ਇੱਕ ਰਾਜ਼ ਸੀ ਜਿਹੜਾ ਛੁਪਾਇਆ, ਉਹ ਨਹੀਂ ਦੱਸਿਆ। ਉਹ ਰਾਜ਼ ਇਹ ਸੀ, ਇਹ ਲੜਕੀ ਜਿਹੜੀ ਸੀ ਸ਼ਾਦੀ ਤੋਂ ਪਹਿਲਾਂ ਇੱਕ ਲੜਕੇ ਨੂੰ ਪਸੰਦ ਕਰਦੀ ਸੀ, ਘਰ ਵਾਲਿਆਂ ਨੇ ਉਹਦੇ ਨਾਲ ਇਹਦੀ ਸ਼ਾਦੀ ਨਾ ਕੀਤੀ। ਇਹ ਲੜਕੀ ਫਿਰ ਦੌੜ ਕੇ ਜਾ ਕੇ ਇਹਨੇ ਉਹਦੇ ਨਾਲ ਨਿਕਾਹ ਕਰਾ ਲਿਆ, ਸ਼ਾਦੀ ਕਰਾ ਲਈ। ਲੇਕਿਨ ਵਿੱਚ ਫਿਰ ਸਾਰੇ ਰਿਸ਼ਤੇਦਾਰ ਬਰਾਦਰੀ ਪੰਚਾਇਤ ਵਗੈਰਾ ਬੈਠੀ ਤੇ ਉਹਨਾਂ ਨੇ ਫਿਰ ਇਹ ਲੜਕੀ ਨੂੰ ਵਾਪਸ ਕਰਵਾਤਾ ਔਰ ਤਲਾਕ ਦਵਾਤੀ ਸੀ। ਉਸ ਤੋਂ ਬਾਅਦ ਜਿਸ ਵੇਲੇ ਇਹਦੀ ਸ਼ਾਦੀ ਕੀਤੀ ਗਈ ਸੀ ਅਮਰ ਸੁਹੇਲ ਹੋਣਾ ਨੂੰ ਨਹੀਂ ਸੀ ਦੱਸਿਆ ਕਿ ਇਹ ਇਸ ਤਰ੍ਹਾਂ ਵਕੂਆ ਹੋਇਆ ਸੀ ਤੇ ਅਸੀਂ ਹੁਣ ਤੇਰੇ ਨਾਲ ਸ਼ਾਦੀ ਕਰਨ ਲੱਗੇ ਹਾਂ। ਇਹ ਰਾਜ਼ ਜਿਹੜਾ ਸੀ ਅਮਰ ਸੁਹੇਲ ਕੋਲੋਂ ਛੁਪਾਇਆ ਸੀ। ਲੇਕਿਨ ਗੱਲ ਇਹ ਆ ਕਿ ਅਗਰ ਉਸ ਲੜਕੀ ਨੇ ਸਭ ਤੋਂ ਪਹਿਲਾਂ ਲੜਕੇ ਨੂੰ ਪਸੰਦ ਕੀਤਾ ਸੀ, ਵਾਲਦੈਨ ਨੂੰ ਚਾਹੀਦਾ ਸੀ ਅਗਰ ਉਹ ਲੜਕਾ ਠੀਕ ਸੀ ਤੇ ਉੱਥੇ ਸ਼ਾਦੀ ਕਰ ਦਿੰਦੇ। ਲੇਕਿਨ ਦੂਸਰੀ ਗਲਤੀ ਇਹ ਹੋਈ ਕਿ ਅਗਰ ਲੜਕੀ ਨੱਸ ਕੇ ਜਾ ਕੇ ਉਹਨੇ ਨਿਕਾਹ ਕਰਾ ਲਿਆ ਸੀ ਤੇ ਫਿਰ ਉਹਨੂੰ ਉਹਦੇ ਹਾਲ 'ਤੇ ਛੱਡ ਦਿੰਦੇ, ਫਿਰ ਉਹਦੇ ਕੋਲੋਂ ਤਲਾਕ ਨਾ ਲੈਂਦੇ, ਫਿਰ ਉਹ ਲੜਕੀ ਜਾਣਦੀ ਜਾਂ ਉਹ ਲੜਕਾ ਜਿਹਦੇ ਨਾਲ ਨਿਕਾਹ ਕੀਤਾ ਸੀ। ਫਿਰ ਤੀਸਰੀ ਗਲਤੀ ਇਹ ਕਿ ਅਗਰ ਤੁਸੀਂ ਹੁਣ ਅਮਰ ਸੁਹੇਲ ਦੇ ਨਾਲ ਸ਼ਾਦੀ ਕਰ ਦਿੱਤੀ ਤੇ ਫਿਰ ਉਹਨੂੰ ਮਾਰਨਾ ਨਹੀਂ ਸੀ ਚਾਹੀਦਾ। ਮਾਰਿਆ ਇਸ ਵਾਸਤੇ ਕਿ ਲੋਕ ਸਾਨੂੰ ਗੱਲਾਂ ਕਰਦੇ ਸੀ, ਲੋਕ ਤਾਨੇ ਦਿੰਦੇ ਸੀ ਕਿ ਤੁਹਾਡੀ ਲੜਕੀ ਜਿਹੜੀ ਆ ਇਸ ਤਰ੍ਹਾਂ ਦੀ ਸੀ, ਐਵੇਂ ਸੀ। ਯਾਨੀ 1 ਮਹੀਨਾ 18 ਦਿਨ ਬਾਅਦ ਫਿਰ ਇਹਨਾਂ ਨੂੰ ਗੈਰਤ ਆਈ। ਇਹਨਾਂ ਨੇ ਉਸ ਗੈਰਤ ਦੇ ਵਿੱਚ ਆ ਕੇ ਤੇ ਇਸ ਲੜਕੀ ਜ਼ੋਹਾ ਦੀ ਜਿਹੜੀ ਆ ਮੌਤ ਵਾਕਿਆ ਕਰ ਦਿੱਤੀ, ਗਲਾ ਦਬਾ ਕੇ। ਦੇਖੋ ਇੱਕ ਲੜਕੀ ਦੀ ਤੁਸੀਂ ਸ਼ਾਦੀ ਕਰਤੀ, ਉਹ ਆਪਣੇ ਘਰ ਖੁਸ਼ ਆ, ਅਮਰ ਸੁਹੇਲ ਦੇ ਨਾਲ ਰਾਵਲਪਿੰਡੀ ਦੇ ਵਿੱਚ ਰਹਿ ਰਹੀ ਆ, ਤੇ ਫਿਰ ਤੁਹਾਨੂੰ ਕਿਹੜੀ ਜ਼ਰੂਰਤ ਸੀ ਦੁਬਾਰਾ ਉਹਨੂੰ ਮਾਰਨੇ ਦੀ। ਇਹ ਬਹੁਤ ਬੜੀ ਗਲਤੀ ਕੀਤੀ ਆ ਕਿ ਇੱਕ ਲੜਕੀ ਦੁਬਾਰਾ ਸ਼ਾਦੀ ਉਹਦੀ ਕਰਕੇ ਆਪਣੇ ਸ਼ੌਹਰ ਦੇ ਘਰ ਚਲੇ ਗਈ ਆ, ਹੱਸੀ ਖੁਸ਼ੀ ਰਹਿ ਰਹੀ ਆ, ਤੇ ਤੁਸੀਂ ਲੋਕਾਂ ਦੇ ਤਾਨਿਆਂ ਤੇ ਆ ਕੇ ਗੈਰਤ ਦੇ ਨਾਮ ਤੇ ਫਿਰ ਉਸ ਲੜਕੀ ਨੂੰ ਮਾਰ ਦਿੱਤਾ। ਇਸ ਤਰ੍ਹਾਂ ਅਮਰ ਸੁਹੇਲ ਨੇ ਹੁਣ ਮਰੀਮ ਨਵਾਜ਼ ਨੂੰ, DPO ਸਰਗੋਧਾ ਨੂੰ ਅਪੀਲ ਕੀਤੀ ਆ ਕਿ ਮੈਨੂੰ ਫੌਰੀ ਇਨਸਾਫ ਦਿੱਤਾ ਜਾਵੇ। ਇਸ ਵਾक़ੇ ਦੇ ਬਾਰੇ ਦੇ ਵਿੱਚ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਕਿ ਗਲਤੀ ਕਿਸ ਜਗ੍ਹਾ ਤੇ ਹੋਈ ਆ, ਔਰ ਨਾਲ ਚੈਨਲ ਨੂੰ ਸਬਸਕ੍ਰਾइब और शेयर ज़रूर कर देना। अगर फेसबुक पेज पर वीडियो देख रहे हो इनू फॉलो पेज नू ज़रूर कर लेना। अल्लाह ताला सब ते रहमत फरमाए। अल्लाह ताला सब नू अपने हिफ्ज़ो मान च रखे। अस्सलामु अलैकुम व रहमतुल्लाहि व बरकातुहू।